ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਨੀਰਾ ਅਗਨੀਹੋਤਰੀ ਜੀ ਨਾਲ। ਹਰ ਮਹੀਨੇ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਨੇ ਲੈ ਕੇ ਆਈਏ ਅਤੇ ਜੋ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਵਿੱਚ ਚੱਲ ਰਿਹਾ ਹੈ ਉਸ ਬਾਰੇ ਤੁਹਾਨੂੰ ਜਾਣੂ ਕਰਾਉਂਦੇ ਹਾਂ। ਇੱਕ ਨਾਮਵਰ ਸ਼ਖਸੀਅਤ ਨੇ ਬੜੇ ਲੰਮੇ ਸਮੇਂ ਤੋਂ 2006 ਤੋਂ ਐਜ਼ ਅ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਇਹ ਕੰਮ ਕਰ ਰਹੇ ਨੇ ਅਤੇ ਹਮੇਸ਼ਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਹੀ ਸਲਾਹ ਦਿੱਤੀ ਜਾਵੇ ਲੋਕਾਂ ਨੂੰ ਤਾਂ ਕਿ ਉਹਨਾਂ ਨੂੰ ਨੁਕਸਾਨ ਨਾ ਉਠਾਉਣਾ ਪਵੇ। ਹਾਲ ਹੀ ਵਿੱਚ ਇੱਕ ਰਿਪੋਰਟ ਆਈ ਕਿ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਜੋ ਹੈ ਇਸ ਮੈਸ ਵਿੱਚ ਹੈਗਾ ਹੈ। 28 ਲੱਖ ਤੋਂ ਵੱਧ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪੈਂਡਿੰਗ ਨੇ ਅਤੇ ਉਸ ਦੇ ਨਾਲ ਇਹ ਵੀ ਖਬਰ ਆਈ ਕਿ ਕੈਨੇਡੀਅਨ ਸਟੂਡੈਂਟਸ ਦਾ ਵੀਜ਼ਾ ਰਿਫਿਊਜ਼ਲ ਜਿਹੜਾ ਹੈ ਉਹ ਬਹੁਤ ਵੱਧ ਚੁੱਕਿਆ ਹੈ। ਕੀ ਹੈ ਲੇਟੈਸਟ, ਆਓ ਇਸ ਬਾਰੇ ਗੱਲਬਾਤ ਕਰਕੇ ਜਾਣਕਾਰੀ ਲੈਂਦੇ ਹਾਂ ਨੀਰਾ ਅਗਨੀਹੋਤਰੀ ਜੀ ਤੋਂ। ਨੀਰਾ ਜੀ, ਗੁੱਡ ਈਵਨਿੰਗ, ਵੈਲਕਮ ਟੂ ਦ ਪ੍ਰੋਗਰਾਮ। Good morning, good evening, Harpreet ਕੀ ji. ਹਾਲ ਜੀ Thank you so ਤੁਹਾਡਾ? much for having me. मैं ठीक ਥੈਂਕ है ਯੂ। बिल्कुल ਤੁਸੀਂ ਦੱਸੋ। ਵੰਡਰਫੁਲ। ਸੋ ਚਲਿਏ ਜੀ, ਲੈ ਕੇ ਚਲੋ ਸਾਨੂੰ ਇਸ ਸਫ਼ਰ 'ਤੇ ਕਿ ਕੀ ਚੱਲ ਰਿਹਾ ਇਸ ਸਮੇਂ। ਸਰਕਾਰ ਦਾ ਇਹ ਕਹਿਣਾ ਸੀ ਜੀ ਅਸੀਂ ਬਹੁਤ ਸਾਰਾ ਕੰਮ ਕਰ ਰਹੇ ਹਾਂ, ਅਸੀਂ ਬਹੁਤ ਸਾਰੇ ਹੋਰ ਅਫਸਰ ਅਪਾਇੰਟ ਕਰ ਲਏ ਨੇ ਅਤੇ ਸਿਸਟਮ ਨੂੰ ਅਸੀਂ ਬਿਹਤਰ ਬਣਾਉਣ 'ਚ ਕੋਸ਼ਿਸ਼ ਕਰ ਰਹੇ ਹਾਂ। ਸੋ ਆਈ ਵੁੱਡ ਲਾਈਕ ਟੂ ਸਟਾਰਟ ਆਫ ਫਸਟ ਵਿਦ ਕੈਨੇਡੀਅਨ ਸਟੂਡੈਂਟਸ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਨੇ। ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਜਿਹੜੇ ਇੰਡੀਆ ਤੋਂ ਬੱਚੇ ਇੱਥੇ ਆਉਂਦੇ ਨੇ ਉਹਦਾ ਰਿਫਿਊਜ਼ਲ ਰੇਟ ਬਹੁਤ ਵੱਧ ਗਿਆ ਹੈ, ਕੀ ਇਹ ਸਹੀ ਹੈ ਜੀ? ਹਾਂਜੀ, ਇਹ ਸਹੀ ਹੈ, ਬਿਲਕੁਲ ਸਹੀ ਹੈ। ਓਕੇ, ਅਤੇ ਕੀ ਕਾਰਨ ਕੀ ਇਹਦੇ ਬਾਰੇ ਦੱਸਿਆ ਜਾ ਰਿਹਾ ਜੀ, ਜਾਂ ਤੁਸੀਂ ਕੀ ਦੇਖ ਰਹੇ ਹੈਗੇ ਹੋ? ਹਰਪ੍ਰੀਤ ਜੀ, ਕਾਰਨ ਇਹਦਾ ਇਹੀ ਹੋ ਸਕਦਾ ਜੋ ਆਪਾਂ ਹੁਣ 2 ਸਾਲ ਹੋ ਗਏ ਗੱਲ ਕਰਦਿਆਂ ਨੂੰ, ਫਰਾਡੂਲੈਂਟ ਐਕਟੀਵਿਟੀ ਜੋ ਹੋ ਰਹੀ ਹੈਗੀ ਆ, ਜੋ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਆਈ ਜਾ ਰਹੇ ਹੈਗੇ ਆ, ਆਪਣੀ ਕੰਪਲੀਟ ਸਟੱਡੀਜ਼ ਨਹੀਂ ਕਰ ਰਹੇ, ਆਪਣੀ ਸਟੈਟਸਿਸ ਨੂੰ ਚੇਂਜ ਕਰ ਰਹੇ ਆ, ਬ੍ਰੇਕਸ ਲੈ ਰਹੇ ਆ। ਸੋ ਮਿਸਯੂਜ਼ ਆਫ ਦ ਸਿਸਟਮ। ਇੱਕ ਤਾਂ ਵਾਇਲੈਂਸ ਬਹੁਤ ਵੱਧ ਰਿਹਾ, ਜੋ ਵੀ ਐਪਲੀਕੇਸ਼ਨਸ ਇੰਡੀਆ ਤੋਂ ਲੱਗ ਰਹੀਆਂ ਸਾਰੀਆਂ ਨਹੀਂ, ਜੈਨੂਇਨ ਸਟੂਡੈਂਟਸ ਵੀ ਹੈਗੇ ਆ, ਪਰ ਅਨਫੋਰਚੂਨੇਟਲੀ ਜਿਹੜੇ ਉਹ ਜੈਨੂਇਨ ਸਟੂਡੈਂਟਸ ਆ ਉਹ ਵੀ ਇਹਦੇ ਵਿੱਚ ਫਸ ਗਏ ਹੈਗੇ ਆ। ਕਿਉਂਕਿ ਇੰਡੀਆ ਤੋਂ ਫਾਈਨੈਂਸ਼ੀਅਲ ਡਾਕੂਮੈਂਟਸ ਜਿਹੜੇ ਹੈਗੇ ਆ, ਉਹਨਾਂ ਦੇ ਜੋ ਵੀ ਰਿਪੋਰਟਸ ਹੈਗੀ ਆ, ਐਜੂਕੇਸ਼ਨ ਗੈਪਸ ਉਹ ਫਿਲ ਕਰ ਰਹੇ ਹੈਗੇ ਆ। ਮੈਜੋਰਿਟੀ ਮਾਈਨੋਰਿਟੀ ਜੋ ਵੀ ਤੁਸੀਂ ਕਹਿ ਲਓ, ਆਈ ਡੋਂਟ ਵਾਂਟ ਟੂ ਪਿਨ ਪੁਆਇੰਟ ਐਟ ਐਨੀਬਾਡੀ, ਬਟ ਫਰਾਡੂਲੈਂਟ ਡਾਕੂਮੈਂਟਸ ਲੱਗ ਰਿਹਾ, ਬੈਂਕ ਸਟੇਟਮੈਂਟਸ ਫਰਾਡ ਦਿੱਤੀਆਂ ਜਾ ਰਹੀਆਂ ਹੈਗੀਆਂ। ਨੰਬਰ 2, ਜਿਹੜਾ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਜੋ ਇੱਥੇ ਆਏ ਹੈਗੇ ਆ, ਹੁਣ ਸਭ ਨੂੰ ਨਹੀਂ ਮੈਂ ਕਹਿ ਰਹੀ ਹੈਗੀ ਪਲੀਜ਼, ਲਾਈਕ, ਪਰ ਜਿਹੜੇ ਥੋੜੇ ਜਿਹੇ ਵੀ ਹੈਗੇ ਆ ਜੋ ਸਿਸਟਮ ਨੂੰ ਗਲਤ ਯੂਜ਼ ਕਰ ਰਹੇ ਹੈਗੇ ਆ, ਉਹ ਇੱਕ ਨਾ ਇੱਕ ਦਿਨ ਜੋ ਆਪਾਂ ਗਲਤੀਆਂ ਕਰਦੇ ਆ ਨਜ਼ਰ ਅੰਦਾਜ਼ ਹੋ ਜਾਂਦੀਆਂ, ਸਾਹਮਣੇ ਜ਼ਰੂਰ ਆਉਂਦੇ ਹੈਗੇ। ਸਾਲ ਲੱਗੇ, 10 ਸਾਲ ਲੱਗੇ, 2 ਦਿਨ ਲੱਗੇ, ਪਰ ਗਵਰਨਮੈਂਟ ਵੇਕਸ ਅਪ। ਸੋ ਜੋ ਇੰਡੀਆ ਤੋਂ ਰੀਅਲਾਈਜ਼ੇਸ਼ਨ ਹੋ ਰਹੀ ਹੈ, ਮੋਸਟ ਸਟੂਡੈਂਟਸ ਜਿਹੜੇ ਆ ਰਹੇ ਹੈਗੇ ਆ ਇੰਡੀਆ ਤੋਂ, I would say, I don't know percentage ਤਾਂ ਮੈਂ ਦੇਣਾ ਨਹੀਂ ਚਾਹੁੰਦੀ ਹੈਗੀ, ਪਰ ਸਾਰੇ ਕੰਪਲੀਟ ਸਟੱਡੀਜ਼ ਨਹੀਂ ਕਰ ਰਹੇ ਹੈਗੇ। ਨੰਬਰ 2, ਜਿਹੜੀ ਸਟੱਡੀਜ਼ ਨਹੀਂ ਕੰਪਲੀਟ ਹੋ ਰਹੀਆਂ ਹੈਗੀਆਂ, ਉਹਨਾਂ ਕੋਲੇ ਫਾਈਨਾਂਸਿਸ ਹੈ ਨਹੀਂ ਗੇ ਸਕੂਲਸ ਦੇ ਵਿੱਚ ਜਾਣ ਲਈ, ਸਸਪੈਂਸ਼ਨਸ ਹੋ ਰਹੀਆਂ ਹੈਗੀਆਂ, ਕ੍ਰਾਈਮ ਰੇਟ ਵੱਧ ਰਿਹਾ। ਸੋ ਜੋ ਆਪਣੇ ਪੰਜਾਬ ਤੋਂ ਆ ਰਹੇ ਆ, ਜਿਹੜੇ ਕ੍ਰਾਈਮਸ ਇੱਥੇ ਹੋ ਰਹੀਆਂ ਹੈਗੀਆਂ, ਉਹ ਹੁਣ ਮੀਡੀਆ ਦੀ ਨਿਗਾਹ ਦੇ ਵਿੱਚ ਵੀ ਆ ਰਹੀਆਂ ਹੈਗੀਆਂ। ਐਬਸੋਲੂਟਲੀ। ਜਸਟ ਅ ਫਿਊ ਡੇਜ਼ ਬੈਕ ਵਾਟ ਵੀ ਸੌ ਇਨ ਬਰੈਂਪਟਨ, ਜਿੱਥੇ ਕਿ ਤਲਵਾਰਾਂ ਲੈ ਕੇ ਇਹ ਨੌਜਵਾਨ ਵਿਦਿਆਰਥੀ ਜਿਹੜੇ ਇੱਕ ਦੂਸਰੇ 'ਤੇ ਹਮਲਾ ਕਰ ਰਹੇ ਨੇ, ਦੈਟ ਸ਼ੈਡਸ ਅ ਵੈਰੀ ਨੈਗੇਟਿਵ ਇੰਪੈਕਟ ਔਨ ਦ ਇੰਟਾਇਰ ਕਮਿਊਨਿਟੀ। 100%। ਹੁਣ ਜੋ ਤੁਸੀਂ ਦੇਖੋ, ਜੋ ਆਪਣੇ ਹੈਗੇ, ਮੈਂ ਨਹੀਂ ਕਹਿੰਦੀ ਹੈਗੀ ਆਪਣੇ ਜਿਹੜੇ ਕੈਨੇਡੀਅਨ ਬੱਚੇ ਹੈਗੇ ਉਹ ਵੀ ਸਹੀ, ਕਿਉਂਕਿ ਉਹਨਾਂ ਦੇ ਵਿੱਚ ਵੀ ਹੈਗੇ ਆ, ਪਰ ਆਪਾਂ ਨੂੰ ਸਮਝਣਾ ਚਾਹੀਦਾ ਜੋ ਕੈਨੇਡੀਅਨ ਗਵਰਨਮੈਂਟ ਆਪਾਂ ਨੂੰ ਵੀਜ਼ਾ ਦੇ ਰਹੀ ਹੈ, ਆਪਾਂ ਨੂੰ ਓਪਰਚੁਨਿਟੀ ਦੇ ਰਹੀ ਹੈ ਇਸ ਕੰਟਰੀ ਦੇ ਵਿੱਚ ਆਉਣ ਲਈ, ਜੋ ਇਸ ਕੰਟਰੀ ਦੇ ਰੂਲਸ, ਰੈਗੂਲੇਸ਼ਨਸ, ਐਟੀਕੇਟ, ਮੈਨਰਿਜ਼ਮਸ, ਜੋ ਬੇਸਿਕ ਚੀਜ਼ਾਂ ਹੈਗੀਆਂ ਉਹ ਚੀਜ਼ਾਂ ਫੋਲੋ ਨਹੀਂ ਹੋਈ ਜਾ ਰਹੀਆਂ ਹੈਗੀਆਂ। ਤਾਂ ਆਬਵੀਅਸਲੀ ਜਿਹੜੇ ਇੰਡੀਆ ਤੋਂ ਐਪਲੀਕੇਸ਼ਨਸ ਹੋ ਰਹੀਆਂ, ਇਹ 2-3 ਮਹੀਨਿਆਂ ਤੋਂ ਨਹੀਂ, ਆਈ ਵੁੱਡ ਸੇ 6 to 8 months ਹੋ ਗਏ, ਜੋ ਰਿਫਿਊਜ਼ਲ ਰੇਟ ਵੱਧ ਰਹੀ ਹੈ। ਆਫ ਕੋਰਸ ਬੈਕਲੌਗ ਪਲੇਜ਼ ਅ ਰੋਲ, ਜੋ ਉਹਨਾਂ ਦਾ ਬੈਕਲੌਗ ਹੈਗਾ ਉਹਨਾਂ ਨੂੰ ਵੀ ਕੰਟਰੋਲ ਕਰਨਾ ਹੈਗਾ, ਬਟ ਆਬਵੀਅਸਲੀ ਮੀਡੀਆ ਕਵਰੇਜ, ਨੈਗੇਟਿਵਿਟੀ, ਪ੍ਰਾਈਵੇਟ ਕਾਲਜਸ ਜੋ ਐਕਚੁਅਲੀ ਕਾਲਜਸ ਹੈ ਹੀ ਨਹੀਂ, ਜੋ ਕੋਈ ਸਿਸਟਮ ਨਹੀਂ ਹੈਗਾ ਉਹ ਕਾਲਜਸ ਦੇ, ਉਹਨਾਂ ਦੇ ਆਫਰ ਲੈਟਰਸ ਦੇ ਜਾ ਰਹੇ ਹੈਗੇ ਆ, ਜੋ ਇੱਥੇ ਆ ਰਹੇ ਉਹ ਕਾਲਜਸ ਹੈਗੀਆਂ ਨੇ, ਜਾਂ ਉਹ ਕਾਲਜਸ ਦਾ ਕੋਈ ਮਿਹਨਤ ਨਹੀਂ ਹੈਗੀ। ਬਟ ਅਗੇਨ, ਜੋ ਮੈਂ day 1 ਤੋਂ ਕਹਿ ਰਹੀ ਹੈਗੀ, ਜਿਹੜਾ ਉੱਥੋਂ ਇੰਡੀਆ ਤੋਂ ਸਟੂਡੈਂਟ ਆ ਰਿਹਾ, ਆਪਣੀ ਰਿਸਰਚ ਕਰਕੇ ਆਵੇ। ਆਬਵੀਅਸਲੀ ਜੋ ਇੰਟਰਨੈਸ਼ਨਲ ਸਟੂਡੈਂਟ ਹੈਗਾ, ਐਜੂਕੇਟਡ ਸਟੂਡੈਂਟ ਆ, ਇੰਗਲਿਸ਼ ਆਬਵੀਅਸਲੀ ਆ ਰਹੀ ਆ, ਆਈਲੈਟਸ ਆਪਾਂ ਦਿੰਦੇ ਆ, ਐਂਡ ਐਟ ਦੀ ਐਂਡ ਆਫ ਦ ਡੇ ਜਿਹੜੇ ਆਈਲੈਟਸ ਵੀ ਆਪਾਂ ਦੇ ਰਹੇ ਹੈਗੇ ਆ, sometimes that's fake as well. So documents जो लग रहे हैं, they're also fake. And buy कर लो 2 लाख दे, 4 लाख दे. This is not how this is
courts. Absolutely, and as you have very rightly said, I had the opportunity to talk to a few students, and I was shocked that they couldn't even utter a single word of English, and they were here as international students, and I was I wondering कि don't भाई ਇਹ ਕਿਸ understand ਤਰ੍ਹਾਂ that. ਹੋਇਆ। ਸੋ ਜਿਹੜੀ ਤੁਸੀਂ ਗੱਲ ਕਹੀ ਕਿ ਜੀ ਆਈਲੈਟਸ ਵੀ ਉੱਥੇ ਵਿਕ ਰਿਹਾ ਤੇ ਹੋਰ ਵੀ ਸਿਸਟਮ ਜਿਹੜਾ ਗਲਤ ਹੈ, ਸੋ ਬੈਟਰ ਲੇਟ ਦੈਨ ਐਵਰ ਜੀ। ਦਿਸ ਆਫ ਕੋਰਸ ਇਜ਼ ਅ ਕੰਪਲੀਮੈਂਟ ਟੂ ਦ ਗਵਰਨਮੈਂਟ ਕਿ ਇਟ ਹੈਜ਼ ਵੋਕਨ ਅਪ ਐਂਡ ਨਾਓ ਦੇ ਆਰ ਥੋੜ੍ਹਾ ਜਿਹਾ ਸਖਤ ਸਿਸਟਮ ਕਰ ਰਹੇ ਨੇ ਤੇ ਸਹੀ ਤਰੀਕੇ ਨਾਲ ਇਹ ਪੜਚੋਲ ਚੱਲ ਰਹੀ ਹੈ। ਬਟ ਅਦਰਵਾਈਜ਼ ਜਦੋਂ ਅਸੀਂ ਗੱਲ ਕਰਦੇ ਹਾਂ ਇਹਦੇ 'ਚ ਇਹ ਕੋਈ ਸ਼ੱਕ ਨਹੀਂ, ਬਹੁਤ ਸਾਰੇ ਵਿਦਿਆਰਥੀ ਜਿਹੜੇ ਇੱਥੇ ਆਏ ਨੇ ਚੰਗੇ ਨੇ, ਪੜ੍ਹਨ ਵਾਸਤੇ ਆਏ ਨੇ, ਪਰ ਬਹੁਤ ਸਾਰੇ ਐਸੇ ਵੀ ਨੇ ਹਾਂਜੀ, ਜਿਹੜੇ ਕਿ ਇੱਥੇ ਗਲਤ ਰਿਸੋਰਸਿਸ ਦਾ ਇਸਤੇਮਾਲ ਕਰਕੇ ਇੱਥੇ ਪਹੁੰਚ ਗਏ ਨੇ। ਸੋ ਜਿਹੜੇ ਬੱਚਿਆਂ ਕੋਈ ਨਾ ਦੇ ਕੋਈ ਬਾਰੇ ਲੋਕ ਹੁਣ ਇਹ ਸਖਤਾਈ ਕੀਤੀ ਜਾ ਰਹੀ ਹੈ ਨੀਰਾ ਜੀ, ਜਿਹੜੇ ਆ ਗਏ ਨੇ ਇੱਥੇ ਗਲਤ ਤਰੀਕੇ ਨਾਲ, ਕਿ ਉਹਨਾਂ ਦੇ ਉੱਤੇ ਵੀ ਸਰਕਾਰ ਕੁਝ ਤੁਹਾਡੇ ਤੱਕ ਪਹੁੰਚੀ ਗੱਲਬਾਤ ਕਿ ਉਹਨਾਂ ਦੇ ਬਾਰੇ ਵੀ ਸੋਚ ਸਕਦੀ ਹੈ ਕਿ ਜੀ ਇਹਨਾਂ ਦੇ ਡਾਕੂਮੈਂਟਸ ਵਗੈਰਾ ਨੂੰ ਵੈਰੀਫਾਈ ਕੀਤਾ ਜਾਏ, ਜੇ ਗਲਤ ਹੋਣ ਤੇ ਵਾਪਸ ਭੇਜਿਆ ਜਾਏ? I don't, so ਜਿਹੜੇ documents ਵਗੈਰਾ ਗਲਤ verification ਹੈਗੀ ਉਹਨਾਂ ਕੋਲ ਇੰਨਾ time ਹੈ ਹੀ ਨਹੀਂ। Number one, ਹਰੇਕ ਫਾਈਲ ਖੋਲਣ ਲਈ ਉਹਨਾਂ ਦੇ document fraudulent activity check ਕਰਨਾ। Again, ਜੋ ਮੈਂ ਕਹਿ ਰਹੀ ਹਾਂ, ਜੋ ਆਪਣੀ Canadian system ਆ is built on honesty। ਸੋ ਜਦੋਂ ਕੋਈ ਪ੍ਰੋਗਰਾਮ ਖੋਲ ਰਿਹਾ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਜੋ ਵੀ documentation ਆ ਰਹੀ ਹੈ, ਜੋ ਵੀ ਇਹ ਕਰ ਰਹੇ ਹੈਗੇ ਆ, it is legitimate। fraudulent activity ਉਦੋਂ ਡਿਟੈਕਟ ਹੋਏਗੀ ਜਦੋਂ ਇਹਨਾਂ ਦਾ ਕੋਈ renewal ਹੋਏਗਾ, ਜਦੋਂ ਇਹਨਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਹੈਗਾ। ਐਂਡ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਏਜੰਟ ਨੇ ਲਿਖਿਆ ਕੀ ਸੀ, ਏਜੰਟ ਨੇ ਡਾਕੂਮੈਂਟ ਕਿਹੜਾ ਸਬਮਿਟ ਕੀਤਾ ਸੀ, ਉਹਨਾਂ ਨੇ ਕੀ ਕੀਤਾ। ਦੇ ਡੋਂਟ ਹੈਵ ਐਨੀ ਆਈਡੀਆ ਵੀ ਉਹ ਗੈਪ ਨੂੰ ਕਿਵੇਂ ਉਹਨਾਂ ਨੇ ਕਵਰ ਕੀਤਾ, ਐਕਸਪੀਰੀਅੰਸ ਕੀ ਦਿੱਤਾ, ਐਜੂਕੇਸ਼ਨ ਕੀ ਦਿੱਤਾ। ਦੇ ਹੈਵ ਜ਼ੀਰੋ ਕਨਸੈਪਟ ਆਫ ਦੈਟ, ਐਂਡ ਉੱਥੇ ਜਾ ਕੇ ਗੱਲ ਫੜੀ ਜਾ ਰਹੀ ਹੈ। ਉੱਥੇ ਜਾ ਕੇ ਪ੍ਰੋਸੀਜਰਲ ਫੇਅਰਨੈਸਿਸ ਆ ਰਹੇ ਆ ਵੀ ਤੁਹਾਡੀ ਇਨੀਸ਼ੀਅਲ ਐਪਲੀਕੇਸ਼ਨ ਜੋ ਸੀ, ਆਹ ਡਾਕੂਮੈਂਟ ਸੀ, ਆਹ ਐਕਸਪੀਰੀਅੰਸ ਸੀ, ਆਹ ਐਜੂਕੇਸ਼ਨ ਸੀ, ਹੁਣ ਤੁਸੀਂ ਸਾਨੂੰ ਹੋਰ ਕੁਝ ਦੱਸ ਰਹੇ ਆ। So they give you an opportunity of 30 days, 45 days to explain the situation. Right. But if you can't satisfy them, you get misrepresentation. You have a 5-year ban from Canada for misrepresenting. Yes. ਗ੍ਰੇਟ। ਨੀਰਜ ਜੀ, ਛੋਟਾ ਜਿਹਾ ਇੱਕ ਬ੍ਰੇਕ ਲੈਣੇ ਜੀ, ਵਾਪਸ ਆਉਣੇ ਤੇ ਉਸ ਤੋਂ ਬਾਅਦ ਅੱਗੇ ਕੰਟੀਨਿਊ ਕਰਦੇ ਹਾਂ। ਐਂਡ ਇੱਕ ਹੋਰ ਵੀ ਖਬਰ ਆਈ ਕਿ 18 ਲੱਖ ਲੋਕਾਂ ਨੂੰ PR ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ। ਕੀ ਚੱਲ ਰਿਹਾ ਜੀ ਉਸ ਸੰਬੰਧ ਵਿੱਚ? ਬੈਕਲੌਗ ਕੇਸਿਸ ਜਿਹੜੇ ਨੇ 18 ਲੱਖ, ਮਾਫੀ ਚਾਹੁੰਦਾ 28 ਲੱਖ ਤੱਕ ਪਹੁੰਚ ਚੁੱਕੇ ਨੇ। ਸੋ ਉਸ ਸੰਬੰਧੀ ਕੀ ਕੁਝ ਬੈਟਰ ਹੋਇਆ ਤੁਹਾਡਾ ਵਰਕਿੰਗ ਸਿਸਟਮ ਇਨਵਾਇਰਮੈਂਟ? ਕੀ ਤੁਸੀਂ ਈਜ਼ੀਲੀ ਹੁਣ ਐਕਸੈਸ ਕਰ ਸਕਦੇ ਹੋ ਇਮੀਗ੍ਰੇਸ਼ਨ ਆਫਿਸਰਸ ਨੂੰ, ਜਾਂ ਉੱਥੇ ਵੀ ਪ੍ਰੋਬਲਮਸ ਆ ਰਹੀਆਂ? ਸੋ ਵੀਲ ਟੱਚ ਆਲ ਦੀਜ਼ ਆਸਪੈਕਟਸ ਆਫਟਰ ਦਿਸ ਸ਼ਾਰਟ ਬ੍ਰੇਕ। ਹਰ ਰੰਗ ਹੈ ਸਾਡੇ ਕੋਲ, ਹਰ ਮਾਡਲ, ਹਰ ਇੱਕ ਦੀ ਆਪਣੀ ਵੱਖਰੀ ਪਹਿਚਾਣ। ਅਸੀਂ ਇੱਕ ਪਰਿਵਾਰ ਹਾਂ, ਸਾਡਾ ਕਰਮ ਹੈ ਅੱਗੇ ਵਧਾਉਣਾ, ਸਫ਼ਰ ਨੂੰ ਸੌਖਾ ਬਣਾਉਣਾ। ਬਸੰਤ ਮੋਟਰਸ, ਤੁਹਾਡੇ ਨਾਲ, ਤੁਹਾਡੇ ਕਰਕੇ। है जुल्म ढाने का अंदाज भी कितना हंसी, हमारी जान पर बनाई है जब जब उसने अंगड़ाई ली। कभी खामोश रहते हैं, कभी शोर होता है। मोहब्बत में शरारत का मजा कुछ और होता है। दिल को जज्बात का तोहफा, खामोशियों को बात का तोहफा, खूबसूरती में जड़ी नजाकत अदाओं की चांद से मुखड़े को चांद सा तोहफा। भारत ज्वेलर्स, सच्चे प्यार की चमक जैसा। फाइल बिजनेस सेंटर सरी। ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ, ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ, ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ AMC ਇੰਸ਼ੋਰੈਂਸ ਦੇ ਸਹਿਯੋਗ ਨਾਲ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਲੈਣ ਦੀ ਸੋਚ ਰਹੇ ਹੋ ਤੇ ਇਹਨਾਂ ਦੀਆਂ 9 ਬ੍ਰਾਂਚਸ ਨੇ ਲੋਅਰ ਮੇਨਲੈਂਡ ਵਿੱਚ, ਜੋ ਹਫਤੇ ਦੇ 7 ਦਿਨ ਖੁੱਲ੍ਹੀਆਂ ਰਹਿੰਦੀਆਂ ਨੇ ਤੇ ਤੁਹਾਨੂੰ ਸਰਵ ਕਰਦੀਆਂ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 604 507 6666 604 507 6666। ਸਾਡੇ ਅਗਲੇ ਸਹਿਯੋਗੀ ਹਨ ਅਗਨੀਹੋਤਰੀ ਇਮੀਗ੍ਰੇਸ਼ਨ। PR ਟੈਂਪਰਰੀ ਵਰਕਰ ਹੋ, ਇੱਥੇ ਟੈਂਪਰਰੀ ਸਟੇਟਸ ਹੈਗਾ ਤੁਹਾਡਾ, ਕੈਨੇਡਾ ਆਉਣਾ ਚਾਹੁੰਦੇ ਹੋ, ਤੁਸੀਂ ਸਪਾਂਸਰ ਕਰਨੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ, ਜਾਂ ਕੋਈ ਵੀ ਇਨਫੋਰਮੇਸ਼ਨ ਲੈਣੀ ਇਮੀਗ੍ਰੇਸ਼ਨ ਸੰਬੰਧੀ, ਤਾਂ ਤੁਸੀਂ ਸੰਪਰਕ ਕਰੋ ਨੀਰਾ ਅਗਨੀਹੋਤਰੀ ਨਾਲ। 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਇਹ ਕੰਮ ਕਰ ਰਹੇ ਨੇ ਤੇ ਤੁਹਾਨੂੰ ਓਨੈਸਟ ਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ। ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ 6045972284 604 597 2284। ਐਂਡ ਲੱਕਲੀ ਸ਼ੀ ਇਜ਼ ਆਰ ਗੈਸਟ ਟੁਡੇ ਐਂਡ ਵੀ ਆਰ ਟਾਕਿੰਗ ਔਨ ਅ ਵੈਰੀ ਇੰਪੋਰਟੈਂਟ ਐਂਡ ਸੈਂਸਿਟਿਵ ਇਸ਼ੂ। ਗੱਲਬਾਤ ਅੱਗੇ ਤੋਰਦੇ ਜੀ। ਨੀਰਾ ਜੀ, ਸਵਾਲ ਮੇਰਾ ਇਹ ਹੈਗਾ ਕਿ ਜੀ ਜਿਹੜੀ PR ਦੇਣ ਦੀ ਗੱਲ ਚੱਲ ਰਹੀ ਹੈ, ਕਿਉਂਕਿ ਹੁਣ ਲੋਕ ਜਿਹੜੇ ਇੱਥੇ ਆ ਰਹੇ ਨੇ
ਅਤੇ ਸਰਕਾਰ ਵੱਲੋਂ ਇਹ ਅਨਾਉਂਸਮੈਂਟਸ ਕਰਦੇ ਨੇ ਜੀ ਜਿਹੜਾ ਵੀ ਆਇਆ ਉਸ ਨੂੰ PR ਦੇ ਦਿੱਤੀ ਜਾਏਗੀ, ਕੀ ਚੱਲ ਰਿਹਾ ਜੀ ਉਸ ਸੰਬੰਧੀ ਦੱਸੋ। ਹਰਪ੍ਰੀਤ ਜੀ ਥੋੜਾ ਸਾ ਕਲੈਰੀਫਿਕੇਸ਼ਨ, ਜਿਹੜਾ ਇਹ ਮੋਸ਼ਨ 44 ਦੀ ਗੱਲ ਕਰ ਰਹੇ ਹੋ ਤੁਸੀਂ, ਜੋ ਸਾਰੇ TikTok has gone viral, everybody's ਜੀ, gone viral, absolutely. September 18 program ਖੁੱਲ ਰਿਹਾ, Yeah, ਇਹ ਖੁੱਲ ਰਿਹਾ। yeah. Okay, so ਇਹਦੇ ਵਿੱਚ ਜੋ ਮੈਨੂੰ knowledge ਹੈਗੀ ਆ, ਜੋ already inside Canada ਹੈਗਾ, number one, ਜੋ already ਹੈਗਾ, honest ਕੰਮ ਕਰ ਰਿਹਾ ਹੈਗਾ, honest ਪੜ੍ਹਾਈ ਕੀਤੀ ਗਈ ਹੈਗੀ ਆ, they deserve, whether ਜੀ, ਤੁਸੀਂ ਬਿਲਕੁਲ। labor ਹੈਗੇ ਆ, whether ਤੁਸੀਂ student ਹੈਗੇ ਆ, whether ਤੁਸੀਂ skilled worker ਹੈਗੇ ਆ, ਜਿਹੜਾ ਬੰਦਾ already ਇੱਥੇ ਹੈਗਾ, they deserve that, ਜਿਨ੍ਹਾਂ ਨੇ honestly ਇਹ ਪੂਰੀ system follow ਕੀਤੀ ਹੈ, they are well deserving of this. Okay, they should not have to go back. These poor farm workers ਹੋ ਗਏ, ਆਪਣੇ laborers ਹੋ ਗਏ, ਕਿਉਂਕਿ ਇਹਨਾਂ ਤੋਂ ਬਗੈਰ ਆਪਣੀ system ਚੱਲ ਨਹੀਂ ਰਹੀ। ਆਪਣੇ ਜੋ ਬੱਚੇ ਹੈਗੇ ਆ, ਜੋ ਆਪਾਂ ਹੈਗੇ ਆ, ਆਪਾਂ ਇਹ ਕੰਮ ਕਰਦੇ ਨੇ। And ਜਿਨ੍ਹਾਂ ਨੇ, honestly, I'm not against immigration. I'm very for immigration. But ਆਪਣੀ ਜੋ country ਹੈਗੀ, immigrants ਤੇ ਹੀ ਚੱਲਦੀ ਹੈ। Our labor force, our economy, everything does. So the ones that follow this straightforward should be given that opportunity to apply for permanent residency. ਹੁਣ ਇਹਨਾਂ ਨੇ ਉਹ TR to PR program ਖੋਲ੍ਹਿਆ ਸੀ। All right, TR to PR ਜਿੰਨੇ ਵੀ ਉਹਨਾਂ ਨੇ ਕੈਪ ਰੱਖਿਆ ਸੀ applications ਦਾ, ਉਹ ਕੈਪ ਮੀਟ ਹੋ ਗਿਆ। ਜਿਨ੍ਹਾਂ ਨੂੰ 1-2 ਮਹੀਨਿਆਂ ਦੇ ਵਿੱਚ PR ਮਿਲ ਗਈ, they're happy. But ਸਾਡੇ ਵੀ ਕਾਫੀ clients ਹੈਗੇ ਆ, ਹੋਰ ਵੀ ਜਿਹੜੇ ਹੈਗੇ applicants ਹੈਗੇ, ਉਹਨਾਂ ਦੀ ਫਾਈਲਾਂ ਫਸੀਆਂ ਹੋਈਆਂ in that backlog. So my thinking is, yes, ਉਹ ਗੱਲ ਚੱਲ ਰਹੀ ਹੈ, ਖੋਲਣਗੇ, ਪਰ ਜਦੋਂ ਉਹਨਾਂ ਕੋਲੇ 3 million files, 2.8 million files, ਜਾਂ ਜਿੰਨੀਆਂ ਵੀ ਹੈਗੀਆਂ, backlog ਹੈਗਾ, ਉਹ ਨਵਾਂ ਪ੍ਰੋਗਰਾਮ ਖੋਲ ਕੇ, how are they going to handle that? Number one. How are they going to, so what the unfortunate thing again about Canadian immigration is, ਨਵਾਂ ਪ੍ਰੋਗਰਾਮ ਖੋਲਦੇ ਆ, ਸਾਰੇ ਆਪਣੀ resources ਉੱਥੇ ਲਗਾ ਦਿੰਦੇ, ਜੋ ਪਿੱਛੇ ਬੈਠੇ ਹੈਗੇ ਉਹਨਾਂ ਨੂੰ ਬੈਕਲੌਗ ਹੋਰ ਵੱਡਾ ਹੋ ਜਾਂਦਾ, backlog ਹੋਰ ਵੱਡਾ ਹੋ ਜਾਂਦਾ, ਜੋ those guys are suffering, intensely suffering. So my opinion is, yes, something needs to come. Number one, to facilitate permanent residency of those in Canada. COVID ਤੋਂ 2020 ਤੋਂ ਲੈ ਕੇ ਹੁਣ ਤੱਕ ਆਪਾਂ 2023 ਆਉਣ ਲੱਗਿਆ ਹੈਗਾ, ਆਪਣੇ ਜੋ immigration mandate ਹੈਗਾ, ਆਪਣੇ numbers meet ਨਹੀਂ ਕਰੇਗੇ। So what is the best thing to do? Number one is to give immigration to those that are inside Canada. Now, ਜਿਹੜਾ ਹੈ ਗੱਲਾਂ ਹੋ ਰਹੀਆਂ ਹੈਗੀਆਂ, ਇਹ ਪ੍ਰੋਗਰਾਮ ਦੀ ਕੋਈ ਅਨਾਉਂਸਮੈਂਟ ਆਈ ਨਹੀਂ ਹੈਗੀ, ਇਹਨਾਂ ਦੇ ਪ੍ਰੋਸੀਜਰਸ, ਰਿਕੁਆਇਰਮੈਂਟਸ, ਕੁਝ ਵੀ ਨਹੀਂ ਆਇਆ ਹੈਗਾ। ਆਏਗਾ, ਇਮੀਗ੍ਰੇਸ਼ਨ ਇਹੋ ਜਿਹੀ ਪਾਲਿਸੀ ਹੈਗੀ ਹੈ ਜੋ ਕੋਈ ਸੈਨੇਟ ਤੋਂ, ਪਾਰਲੀਮੈਂਟ ਤੋਂ ਅਪਰੂਵਲ ਨਹੀਂ ਚਾਹੀਦੀ। ਮਿਨਿਸਟਰ changes it, adopts it, and it is law. Simple. Okay? So yes, something should be coming, something will be coming. Unfortunately, we don't know what the requirements are. Right. But it may be like TR to PR. It may be something completely different. But I know just sadi fight hegi hai. We've been fighting for laborers as well. Okay. But on the other hand, ਨੀਰਾ ਜੀ, ਇੱਕ ਹੋਰ ਸਮੱਸਿਆ ਜਿਹੜੀ ਸਾਹਮਣੇ ਆ ਰਹੀ ਹੈਗੀ, ਤੇ ਖਾਸ ਤੌਰ ਤੇ virtually every Indian household is now facing this, ਕਿ ਲੋਕ ਇੱਥੇ ਘੁੰਮਣ ਫਿਰਨ ਆਉਂਦੇ ਨੇ, ਫੋਨ ਆਉਂਦਾ ਜੀ ਕਿ ਜੀ ਅਸੀਂ ਇੱਥੇ ਆ ਰਹੇ ਹਾਂ ਘੁੰਮਣ ਫਿਰਨ ਲਈ, ਪਰ ਜ਼ਿਆਦਾਤਰ ਲੋਕ ਵਾਪਸ ਨਹੀਂ ਜਾ ਰਹੇ, ਤੇ ਟੂਰਿਸਟ ਵੀਜ਼ੇ ਤੇ ਜਿਹੜੇ ਆਏ ਹੋਏ ਲੋਕ ਨੇ ਉਹ ਇੱਥੇ ਰਹਿ ਰਹੇ ਨੇ, ਐਂਡ ਉਹ ਫਿਰ ਬਾਅਦ ਦੇ ਵਿੱਚ ਸਿਸਟਮ ਦੇ ਰਾਹੀਂ ਜੋ ਹੈ ਉਹ ਇੱਥੇ ਪੱਕੇ ਵੀ ਹੋ ਜਾਂਦੇ ਨੇ, LMIA ਲੈ ਕੇ ਜਾਂ ਜੋ ਵੀ ਹੈਗਾ। ਇਸ ਮੁਤਲਕ ਥੋੜ੍ਹਾ ਜਿਹਾ ਦੱਸੋ ਕਿ ਕੀ ਸਰਕਾਰ ਇਸ ਪ੍ਰਤੀ ਕੁਝ ਚਿੰਤਤ ਹੈਗੀ ਹੈ, ਕਿ ਕਿਉਂਕਿ ਅਲਟੀਮੇਟਲੀ ਜਿਹੜਾ ਬੈਕਲੌਗ ਹੈਗਾ, ਜਿਹੜੇ ਲੋਕ ਤੇ ਰਾਈਟ ਪ੍ਰੋਸੀਜਰ ਨਾਲ ਇੱਥੇ ਆਉਣਾ ਚਾਹੁੰਦੇ ਨੇ, ਉਹ ਤਾਂ ਬੈਕਲੌਗ 'ਚ ਪਿੱਛੇ ਜਾਈ ਜਾ ਰਹੇ ਨੇ, ਪਰ ਜਿਹੜਾ ਬੰਦਾ ਇੱਥੇ ਲੂਪ ਹੋਲਸ ਵਰਤ ਕੇ ਇੱਥੇ ਪਹੁੰਚ ਜਾਂਦਾ ਹੈ ਤਾਂ ਉਹ ਇੱਥੇ ਰਹਿ ਰਿਹਾ ਹੈਗਾ। How can you justify this system? This is not it's not justifiable. 0%. ਜੋ ਬੰਦਾ ਤਰੀਕੇ ਨਾਲ ਆਪਣਾ ਅਪਲਾਈ ਕਰ ਰਿਹਾ ਹੈਗਾ, ਵੇਟ ਕਰ ਰਿਹਾ ਹੈਗਾ in the pool or waiting for a visa, family class immigration ਹੋਗੀ, refugee ਹੋਗੀ, economic classes, business classes, it's not justifiable. So ਜੋ ਹੋ ਰਿਹਾ ਹੈਗਾ, again, we touch on this subject of LMIAs. We're touching on that subject again because they're being sold. But LMIA, ਜੇ ਆਪਾਂ ਦੇਖੀਏ ਥੋੜਾ ਜਿਹਾ, I don't want to talk too much on them. LMIA is a labor market impact assessment. ਜੋ ਸਰਵਿਸ Canada EST ਜੋ ਹੈਗਾ, ਉਹ ਅਸੈਸ ਕਰਦਾ ਵੀ ਜੇ ਆਪਾਂ ਫੋਰਨਰ ਨੂੰ ਹਾਇਰ ਕਰਾਂਗੇ, ਇਹਦਾ ਪੋਜ਼ਿਟਿਵ ਇੰਪੈਕਟ ਹੋਏਗਾ ਇਕਨੋਮੀ ਦੇ ਉੱਤੇ, ਜਾਂ not economy, on our labor force, or negative impact. So ਜੋ ਅਸੈਸਮੈਂਟ ਹੁੰਦੀ ਹੈ, ਉਹ ਦੇਖਦੀ ਹੈਗੀ ਵੀ ਪਹਿਲਾਂ ਤੁਸੀਂ ਆਪਣੇ ਕੈਨੇਡੀਅਨਸ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ, yes or no. Canadians ਨਹੀਂ ਮਿਲਿਆ ਹੈਗਾ, ਇਹ job necessary ਹੈਗਾ to fill our needs of this economy, you can now hire a foreign national.
ਨੰਬਰ ਜਿਹੜਾ ਇਹਦਾ ਬਿਗੇਸਟ ਲੂਪਹੋਲ ਹੈਗਾ, ਜੋ ਸਾਰੇ ਇੱਥੇ ਕੰਸਲਟੈਂਟਸ ਵੀ ਸੁਣ ਰਹੇ ਹੋਗੇ, ਏਜੰਟਸ ਵੀ ਸੁਣ ਰਹੇ ਹੋਗੇ, clients, businesses, it's not easy. You post an ad for 1 month. Simple. Posting that ad, you then say, sorry, sanu koi milya nahi hega. Positive LMIA aa gaya. ਜਿਹੜੇ visitors ਹੈਗੇ, again, you're not allowed to apply from within Canada. ਤੁਹਾਡੀ application either flagpole ਹੋ ਰਹੀ ਹੈ, ਤੁਸੀਂ port of entry ਜਾ ਰਹੇ ਹੈ, ਜਾਂ secondly, ਤੁਹਾਡੀ application to your country of citizenship, or ਤੁਸੀਂ allowed ਹੈਗੇ ਆਪਣੀ application USA ਭੇਜਣ ਲਈ online, ਕਿਉਂਕਿ ਤੁਸੀਂ you're legally admitted into Canada. So you can send that application to US. So either country of citizenship, USA, or flagpoling. Okay. Now, ਕਿਉਂਕਿ already assessment ਹੋ ਜਾਂਦੀ ਹੈ ਵੀ ਇਹ employer ਨੂੰ ਚਾਹੀਦਾ, so flagpoling mostly ਚੁਣਦੇ ਆ। now ਜਦੋਂ ਆਪਾਂ flagpoling ਕਰਦੇ ਹੈਗੇ ਆ, ਹਰਪ੍ਰੀਤ ਜੀ, ਉੱਥੇ ਤੁਸੀਂ CBSA officer is doing the assessment, not an immigration officer. Okay, keep that in mind. CBSA officer is having a bad day, forget it. ਤੁਹਾਡਾ 3-4-5-6 ਘੰਟੇ ਦਾ ਇੰਟਰਵਿਊ, ਤੁਹਾਡਾ ਪਾਸਪੋਰਟ ਫੜ ਲੈਂਦੇ ਆ, cancel your visa, they may send you back, or 2-second interview, you get the work permit. But yes, ਇਹ ਹੋ ਰਿਹਾ। so but ਤੁਸੀਂ ਕਹਿ ਰਹੇ ਹੋ ਉਹਨਾਂ ਨੂੰ PR ਮਿਲ ਰਹੀ ਹੈ, unfortunately not. PR ਨਹੀਂ ਮਿਲ ਰਹੀ, ਕਿਉਂਕਿ ਜਿਹੜੇ LMIs mostly ਵਿਕੇ ਜਾ ਰਹੇ ਆ, ਉਹ ਲੇਬਰ ਕਾਸਟ ਦੇ ਵਿੱਚ ਹੈਗੇ। ਲੇਬਰ ਕਾਸਟ ਦੇ ਵਿੱਚ ਕੋਈ ਆਪਸ਼ਨ ਹੈ ਹੀ ਨਹੀਂ, very limited option to become a permanent resident. Okay. ਉਹਨਾਂ ਨੂੰ ਇੱਕ LMI ਲਾ ਕੇ ਫਿਰ ਉਹ ਦੂਸਰਾ LMI ਦੇਖਦੇ skilled worker ਦੇ ਵਿੱਚ, ਜਿਹੜਾ ਸੁਪਰਵਾਈਜ਼ਰੀ ਪੋਜੀਸ਼ਨ ਹੋਗੀ, ਬੁੱਕ ਕੀਪਿੰਗ ਪੋਜੀਸ਼ਨ ਹੋਗੀ, ਐਡਮਿਨਿਸਟ੍ਰੇਟਿਵ ਪੋਜੀਸ਼ਨ ਹੋਗੀ, ਪਰ ਉਹਨਾਂ ਕੋਲੇ ਪ੍ਰੀਵੀਅਸ ਐਕਸਪੀਰੀਅੰਸ ਨਹੀਂ ਹੈਗਾ। ਉਹ ਪ੍ਰੀਵੀਅਸ ਐਕਸਪੀਰੀਅੰਸ ਨਹੀਂ ਹੈਗਾ, ਉਹਦਾ 1-2 ਸਾਲ ਉਹ ਐਕਸਪੀਰੀਅੰਸ ਬਣਾਉਣਾ, 4 ਸਾਲ ਚ ਚਲੇ ਗਏ। ਫਿਰ ਉਹਨਾਂ ਨੇ ਕੁਆਲੀਫਾਈ ਕਰਨਾ ਹੈਗਾ economic classes, ਐਂਡ ਜਿਹੜੇ ਲੈ ਰਹੇ ਹੈਗੇ ਜਿਨ੍ਹਾਂ ਕੋਲ ਇੰਗਲਿਸ਼ ਸਕਿੱਲ ਨਹੀਂ ਹੈਗਾ, ਜਿਨ੍ਹਾਂ ਕੋਲ ਐਜੂਕੇਸ਼ਨ ਨਹੀਂ ਹੈਗਾ, it is very difficult for these people to get PR. So yes, ਰਹਿ ਰਹੇ ਆ, 100% ਰਹਿ ਰਹੇ ਆ, ਕਾਫੀ ਆਂਦੇ ਉਹ ਚੇਂਜ ਹੋ ਰਹੇ visitor to worker ਜੀ, ਪਰ ਮੇਰੇ ਕੋਲੇ ਇੰਨੇ ਲੋਕੀ ਆਂਦੇ ਹੈਗੇ ਵੀ ਅਸੀਂ 2 LMI ਲੈ ਲਏ, ਅਸੀਂ 3 ਲੈ ਲਏ ਆ, ਪਰ ਸਾਡਾ ਕੁਝ ਬਣ ਨਹੀਂ ਗਿਆ। so that is not justifiable because the government needs to wake up on this. Absolutely. Great. Again, it's time for a short break ਜੀ। ਬ੍ਰੇਕ ਲੈ ਕੇ ਆਨੇ ਤੇ ਉਸ ਦੇ ਨਾਲ ਇੱਕ ਹੋਰ ਵੀ ਖਬਰ ਆਈ ਸੀ ਜੀ ਕਿ ਕ੍ਰਿਮੀਨਲਸ ਜਿਹੜੇ ਹੈਗੇ ਨੇ ਉਹ ਕੈਨੇਡਾ ਨੂੰ ਹੁਣ ਆਪਣਾ ਇੱਕ ਸੇਫ ਹੈਵਨ ਵਜੋਂ ਮੰਨ ਰਹੇ ਨੇ ਤੇ ਪੰਜਾਬ ਤੋਂ ਬਹੁਤ ਸਾਰੇ ਗੈਂਗਸਟਰਸ ਤੇ ਕ੍ਰਿਮੀਨਲਸ ਕੈਨੇਡਾ 'ਚ ਆ ਚੁੱਕੇ ਨੇ। ਕੀ ਜਦੋਂ ਇੱਥੇ ਆਉਂਦੇ ਨੇ ਬੈਕਗਰਾਊਂਡ ਚੈੱਕ ਨਹੀਂ ਹੁੰਦਾ, ਕੀ ਪੁਲਿਸ ਕਲੈਰੀਫਿਕੇਸ਼ਨ ਨਹੀਂ ਲੈਣੀ ਪੈਂਦੀ ਹੈਗੀ, ਜਾਂ ਕੀ ਕੁਝ ਚੱਲ ਰਿਹਾ, ਕਿ ਉੱਥੇ ਵੀ ਘਪਲੇ ਹੋ ਰਹੇ ਨੇ? ਕੀ ਇਸ ਦੇ ਬਾਰੇ ਤੁਹਾਨੂੰ ਕੁਝ ਪਤਾ ਜੀ? ਇਹਨਾਂ ਇਸ਼ੂਜ਼ ਨੂੰ ਲੈ ਕੇ ਤੇ ਨਾਲ ਖਾਸ ਤੌਰ 'ਤੇ ਜਿਹੜਾ ਲੋਟਰੀ ਸਿਸਟਮ ਸ਼ੁਰੂ ਕੀਤਾ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਇੱਥੇ ਬੁਲਾਉਣ ਦਾ, ਉਸ ਬਾਰੇ ਕੀ ਲੇਟੈਸਟ ਹੈ ਜੀ? ਵੀਲ ਟਾਕ ਆਲ ਅਬਾਊਟ ਦਿਸ ਆਫਟਰ ਦ ਸ਼ਾਰਟ ਬ੍ਰੇਕ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਜੇ ਕਿਸੇ ਬਿਜ਼ਨਸਮੈਨ ਨੂੰ ਕੋਈ ਪਿਆਰ ਕਰਦਾ ਹੈ ਤਾਂ ਕੀ ਵਜ੍ਹਾ ਹੋ ਸਕਦੀ ਹੈ? ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ। ਇੰਟੈਲੀਜੈਂਸ ਦਾ ਉਦਾਹਰਨ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ, ਜਿੱਥੇ ਤੁਹਾਡੇ ਲੋੜ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ। ਸਪੇਸ, ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੁਖੀ ਬਾਟ ਟਰੱਕ ਸੈਂਟਰ ਇਹਨਾਂ ਟਰੱਕਾਂ ਨਾਲ ਹੀ ਹੈ ਟੌਰ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼, ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 13042 84 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363। ਨੀਰਾ ਅਗਨੀਹੋਤਰੀ ਜੀ, ਜਿਹੜੇ ਕਿ ਇੱਕ ਨਾਮਵਰ ਇਮੀਗ੍ਰੇਸ਼ਨ ਕੰਸਲਟੈਂਟ ਨੇ, ਬਹੁਤ ਸੀਨੀਅਰ ਨੇ ਇਸ ਫੀਲਡ ਦੇ ਵਿੱਚ, ਉਹ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੋ ਅੱਜ ਕੱਲ੍ਹ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਵਿੱਚ ਕੰਮ ਚੱਲ ਰਿਹਾ ਹੈ। ਇਸ ਸੰਬੰਧ ਵਿੱਚ ਆਓ ਕੁਝ ਹੋਰ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਵੀ ਸ਼ਾਮਿਲ ਕਰਦੇ ਹਾਂ। ਸੋ ਨੀਰਾ ਜੀ, ਜੋ ਮੇਰਾ ਸਵਾਲ ਸੀ ਬ੍ਰੇਕ ਤੋਂ ਪਹਿਲਾਂ ਤੁਹਾਨੂੰ, ਕਿ ਕ੍ਰਿਮੀਨਲਸ ਬਾਰੇ ਵੀ ਕੁਝ ਖਬਰਾਂ ਇੱਥੇ ਛਪੀਆਂ,
ਜਿਹੜਾ ਬੈਕਗਰਾਉਂਡ ਹੁੰਦਾ ਹੈ, ਪੁਲਿਸ ਚੈੱਕਅਪ ਹੁੰਦਾ ਹੈ, ਸਾਰਾ ਕੁਝ ਹੁੰਦਾ ਹੈ, ਕੀ ਉਹਦੇ ਬਾਰੇ ਵੀ ਕੋਈ ਘਪਲਿਆਂ ਦੇ ਬਾਰੇ ਪਤਾ ਲੱਗ ਰਿਹਾ ਜੀ? ਓਕੇ, ਸੋ ਜਦੋਂ ਇੱਥੇ ਆਉਂਦੇ ਹੈਗੇ ਤੁਸੀਂ ਐਜ਼ ਅ ਟੈਂਪਰੇਰੀ ਰੈਜ਼ੀਡੈਂਟ, ਟੈਂਪਰੇਰੀ ਰੈਜ਼ੀਡੈਂਟ ਮੀਨਸ ਵਿਜ਼ਿਟਰ, ਸਟੂਡੈਂਟ ਔਰ ਵਰਕਰ, ਜੀ। ਉਸ ਟਾਈਮ ਤੇ ਤੁਹਾਡੀ ਕੋਈ ਪੁਲਿਸ ਵੈਰੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਓਕੇ। ਪੁਲਿਸ ਵੈਰੀਫਿਕੇਸ਼ਨ ਉੱਥੇ ਜਾ ਕੇ ਹੁੰਦੀ ਹੈ ਜਦੋਂ ਆਪਾਂ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਦੇ ਹਾਂ, ਅਨਲੈਸ ਉਹ ਤੁਹਾਨੂੰ ਆਊਟ ਆਫ ਦ ਬਲੂ ਦੇ ਆਸਕ ਫॉर ਇਟ। ਜੋ ਕੁਐਸਚਨਸ ਹੁੰਦੇ ਆ ਆਪਣੇ ਜਿਹੜੇ ਐਪਲੀਕੇਸ਼ਨ ਫਾਰਮ ਦੇ ਵਿੱਚ ਡੈਕਲੇਰੇਸ਼ਨ ਕੁਐਸਚਨਸ ਹੁੰਦੇ at the end of the form, ਉੱਥੇ ਪੁੱਛਿਆ ਜਾਂਦਾ, have you ever been arrested? Have you ever been charged with a crime? Have you ever been convicted? So agar ਉਹ ਬੰਦਾ ਉੱਥੇ no ਕਰ ਦਿੰਦਾ, there's no flag for them to say ਉਹਨਾਂ ਦੀ police verification ਮੰਗੋ। So again, it is in the application form. So I think jo immigration ਨੂੰ ਕਰਨਾ ਚਾਹੀਦਾ ਹੈਗਾ, they should ask for police verification for even these temporary cases also. Exactly. Absolutely. Yes. Okay. ਗੱਲ ਕਰੀਏ ਜੀ ਜਿਹੜਾ ਲੋਟਰੀ ਸਿਸਟਮ ਹੈ, ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਜਿਹੜਾ ਇੱਥੇ ਬੁਲਾਉਣ ਦਾ ਸਿਸਟਮ ਹੈ, ਸਰਕਾਰ ਨੇ ਜੋ ਲੋਟਰੀ ਸਿਸਟਮ ਸ਼ੁਰੂ ਕੀਤਾ, ਕੀ ਉਹ ਠੀਕ ਚੱਲ ਰਿਹਾ ਜੀ, ਜਾਂ ਉਹਦੇ ਵਿੱਚ ਵੀ ਤੁਹਾਨੂੰ ਦੇਖ ਰਹੇ ਹੋ ਤੁਸੀਂ ਕਿ ਚੈਲੰਜਸ ਆ ਰਹੇ ਕਿ ਨਹੀਂ? ਉਹ ਬਿਲਕੁਲ ਵੀ ਠੀਕ ਨਹੀਂ ਚੱਲ ਰਿਹਾ। ਆਈ ਥਿੰਕ ਉਹਨਾਂ ਨੇ ਜੋ ਨਵੀਂ ਡਰਾ ਹੈਗੀ ਹੈ 2 ਸਾਲ ਹੋ ਗਏ ਨਹੀਂ ਕੀਤੀ, ਜਿਹੜੀ ਐਕਚੁਅਲੀ ਪਿਛਲੇ ਸਾਲ ਵੀ ਡਰਾ ਕੀਤੀ ਸੀ, ਉਹ ਉਹਨਾਂ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਨੇ ਉਸ ਤੋਂ ਪਿਛਲੇ ਸਾਲ ਆਪਣਾ ਨਾਮ ਪਾਇਆ ਸੀਗਾ ਲੋਟਰੀ ਦੇ ਵਿੱਚ। ਓਕੇ। ਸੋ ਐਟ ਦਿਸ ਮੋਮੈਂਟ ਕੋਈ ਅਨਾਉਂਸਮੈਂਟ ਨਹੀਂ ਹੋਈ ਹੈਗੀ ਵੀ ਇਹ ਪੇਰੈਂਟਸ ਦਾ ਉਹਨਾਂ ਨੇ ਖੋਲ੍ਹਣਾ, ਉਹਨਾਂ ਨੇ ਨਹੀਂ ਖੋਲ੍ਹਣਾ ਹੈਗਾ। ਉਹਦੀ ਪ੍ਰੋਸੈਸਿੰਗ ਟਾਈਮ ਇਜ਼ ਐਨੀਵੇਅਰ। ਜੇ ਤੁਸੀਂ ਇਨਸਾਈਡ ਕੈਨੇਡਾ ਹੈਗੇ ਆ 12 ਮੰਥਸ, ਆਊਟਸਾਈਡ ਹੈਗੇ ਆ ਕੈਨ ਟੇਕ ਅਪ ਟੂ 36 ਮੰਥਸ ਜੇ ਤੁਹਾਡੇ ਪੇਰੈਂਟਸ ਇਨਸਾਈਡ ਜਾਂ ਆਊਟਸਾਈਡ। अर्ली नेक्स्ट ईयर जो होप हैगी है कोई ना कोई प्रोग्राम खोलेंगे, पर अपन ਨੂੰ ਕਦੇ ਪਤਾ ਨਹੀਂ ਹੁੰਦਾ ਉਹਨਾਂ ਨੇ ਫਰਸਟ ਕਮ ਫਰਸਟ ਸਰਵ ਬੇਸਿਸ ਕਰਨੀ ਹੈ, ਉਹਨਾਂ ਨੇ ਫਿਰ ਲੋਟਰੀ ਸਿਸਟਮ ਕਰਨੀ ਹੈ। ਵੀ ਹੈਵ ਨੋ ਕਨਸੈਪਟ or idea। ਓਵਰਆਲ ਜਿਹੜਾ, ਕਿਉਂਕਿ ਇਨ ਵਨ ਆਫ ਦ ਪ੍ਰੋਗਰਾਮਸ ਵੀ ਹੈਡ ਟਾਕਡ ਅਬਾਊਟ ਕਿ ਜਿਹੜਾ ਮੈਸ ਚੱਲ ਰਿਹਾ ਉਸ ਦੇ ਵਿੱਚ ਐਜ਼ ਕੰਸਲਟੈਂਟਸ ਤੁਹਾਨੂੰ ਬੜੀ ਸਮੱਸਿਆ ਆ ਰਹੀ ਹੈ ਕਿ ਯੂ ਆਰ ਨਾਟ ਏਬਲ ਟੂ ਰੀਚ ਦ ਇਮੀਗ੍ਰੇਸ਼ਨ ਆਫਿਸਰਸ or persons concerned who are looking into the files. Has that system improved? Because the government claims that they have invested a lot in this particular field and a lot of more officers have been appointed. Even if officers have been appointed, we're not getting in touch with officers. Our only resource is to web form. Simple web form, jo hafte de vich ya 10 din de vich, even up to a month up on a response on that. And sometimes a response aa janda, sorry, your file is open, or we have your application, we'll get in touch with you. ਕੋਈ ਸਟ੍ਰੇਟ ਰਿਸਪੌਂਸ ਨਹੀਂ ਆਉਂਦਾ। ਨਾ ਸਾਡੇ ਕੋਲ ਕੋਈ ਡਾਇਰੈਕਟ ਈਮੇਲ ਹੈਗੀ ਆਫਿਸਰ ਲਈ। ਆਪਣੇ ਕੋਲ 1-800-1882-42-2100 ਨੰਬਰ ਹੈਗਾ, ਜੋ 90% of the time you can't get through. Okay. Simply you can't get through. And outside Canada ਜੋ resources ਹੈਗੀਆਂ, ਉਹ 188 ਨੰਬਰ ਤੇ ਕਾਲ ਵੀ ਨਹੀਂ ਕਰ ਸਕਦੇ ਕਿਉਂਕਿ ਉਹ outside Canada application ਹੋਗੀ। It's only for in Canada. We can email that consulate. Right. Maybe they respond, maybe they don't. Okay. No, it's not better at all. Not at all. ਇਹ ਵੀ ਸੁਣਿਆ ਸੀ ਜੀ ਜਿਹੜੇ ਟੂਰਿਸਟ ਵੀਜ਼ੇ ਵਾਸਤੇ ਵੀ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਘੱਟ ਸੀ, ਹੁਣ ਉਹ ਤਕਰੀਬਨ 4-5 ਮਹੀਨੇ ਦਾ ਹੁਣ ਉਹਦੇ 'ਚ ਵੀ ਟਾਈਮ ਲੱਗ ਰਿਹਾ ਵੀਜ਼ੇ ਦੇਣ ਦੇ ਵਿੱਚ। ਉਹਦੇ ਵਿੱਚ ਵੀ ਟਾਈਮ ਲੱਗ ਰਿਹਾ। ਸੋ ਜੋ ਇਹਨਾਂ ਨੇ ਨਵਾਂ ਵਿਜ਼ਟਰ ਪੋਰਟਲ ਖੋਲ੍ਹਿਆ ਸੀ ਲਾਸਟ ਸੈਪਟੈਂਬਰ ਆਈ ਬਿਲੀਵ, ਉਹਦਾ ਹਫਤੇ 10 ਦਿਨ ਦੇ ਵਿੱਚ ਐਪਲੀਕੇਸ਼ਨਸ ਹੋ ਰਹੀਆਂ ਸੀ। ਪਰ ਜੋ ਆਪਣੇ ਜੇ ਆਪਾਂ ਪੇਰੈਂਟਸ ਦੇ ਕਰ ਰਹੇ ਹੈਗੇ ਸੁਪਰ ਵੀਜ਼ਾ, or we're doing like a visitors for our parents and grandparents, ਉਹਦੀ ਥੋੜੀ ਜਿਹੀ ਫਾਸਟ ਹੋ ਰਹੀ ਹੈ। ਪਰ ਜਿਹੜੇ regular visitor visas, especially out of India, is taking up to 6 months. Okay. For processing. Right. ਨੀਰਾ ਜੀ, ਤੁਸੀਂ ਯੂ ਆਰ ਅ ਮੈਂਬਰ ਆਫ ਲੋਟ ਆਫ ਰੈਗੂਲੇਟਰੀ ਬੋਡੀਜ਼ ਆਲਸੋ, ਐਂਡ ਕੀ ਇਹ ਮੁੱਦਾ ਸਰਕਾਰ ਨਾਲ ਤੁਹਾਡੀ ਆਰਗੇਨਾਈਜੇਸ਼ਨਸ ਚੁੱਕ ਨਹੀਂ ਰਹੀਆਂ ਕਿ ਜੀ ਇਹ ਸਮੱਸਿਆਵਾਂ ਆ ਰਹੀਆਂ ਨੇ, ਲੁੱਕ ਇਨਟੂ ਦਿਸ ਐਂਡ ਫਾਈਂਡ ਸਮ ਸੋਲੂਸ਼ਨ ਫॉर ਦਿਸ? 100%. ਸੋ ਜੋ ਇਹ ਆਪਾਂ ਚੇਂਜਸ ਵੀ ਦੇਖ ਰਹੇ ਨਾ, this is a fight we're fighting daily. Okay. Yeah, no, weekly stakeholder meetings ਹੁੰਦੀਆਂ ਹੈਗੀਆਂ। ਆਪਣੇ ਜੋ recommendations ਹੈਗੇ, so we are, KPIC is one of the strongest stakeholder of IRCC, ਜੋ ਵੀ ਹੈ CBSA, whatever ESTC. So ਜੇ ਉਹ policies ਵੀ change ਕਰ ਰਹੇ, new system ਵੀ launch ਕਰ ਰਹੇ ਆ, they ask our input as a stakeholder. Okay. Right? They do. So ਜੋ changes ਦੇਖ ਵੀ ਰਹੇ ਆ, it's issues we've taken up to them. The association has. Yes. Okay, wonderful. ਐਂਡ ਫਾਈਨਲੀ ਜਿਹੜੇ ਅੱਜ ਪ੍ਰੋਗਰਾਮ ਦੁਨੀਆ ਭਰ ਵਿੱਚ ਦੇਖ ਰਹੇ ਨੇ, ਕੈਨੇਡਾ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਆਲਰੇਡੀ ਇਨ ਕਿਊ ਲੱਗੇ ਹੋਏ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? Be patient. I'm sorry. I don't even have words to say to you. I'm sorry. Right. ਕਿਉਂਕਿ ਮੈਨੂੰ ਵੀ ਮੇਰੇ clients ਪੁੱਛਦੇ ਆ ਕੀ ਕਰੀਏ, and I have no answers. Still have no answers. 2 ਸਾਲ ਹੋ ਗਏ ਇਹ ਗੱਲ ਕਰਦੀ ਨੂੰ। Be patient.
ਜ਼ਿਆਦਾ ਉਹਨਾਂ ਨੂੰ ਪੁਸ਼ ਵੀ ਨਾ ਕਰੋ, don't email them again and again, ਉਹਦੇ Right. ਨਾਲ ਆਪਣਾ backlog ਹੋਰ ਹੋ ਰਿਹਾ, Mm-hmm. just be patient with the system or Right. look for an alternative country, unfortunately. Mm-hmm. Well, the frustration is evident from your talk, and we hope ਕਿ ਇਹ ਸਰਕਾਰ ਤੱਕ ਇਹ ਮੈਸੇजेस ਪਹੁੰਚਣ, ਕਿਉਂਕਿ ਨਾ ਸਿਰਫ ਤੁਸੀਂ ਬਲਕਿ ਸਾਰੀ ਹੀ ਇੰਡਸਟਰੀ ਤੇ ਜਿਹੜੇ ਲੋਕ ਨੇ ਉਹ ਜਿਹੜੇ ਜੁੜੇ ਹੋਏ ਨੇ, ਜਿਹੜੇ ਆਉਣਾ ਚਾਹੁੰਦੇ ਨੇ ਇੱਥੇ, ਉਹ ਫਸੇ ਬੈਠੇ ਨੇ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ. ਐਂਡ again, patience is great, but then government needs to come into action so that the backlog needs to be looked into and the right kind of people come forward. But definitely if the government is looking into this, ਜਿਹੜੇ student visa ਦੀ ਤੁਸੀਂ ਗੱਲ ਕੀਤੀ, ਜਿਹੜੇ fraud ਹੋ ਰਹੇ ਸਨ ਉਹਨਾਂ ਨੂੰ ਰੋਕਣ ਦਾ ਯਤਨ ਕਰ ਰਹੇ ਨੇ, the government needs to be commended for this, and we hope the system gets back into shape and the right kind of persons can come to Canada. ਤੁਹਾਡਾ ਬਹੁਤ ਬਹੁਤ ਧੰਨਵਾਦ. Thank you very much for your time, and of course next month we'll get you back. Have a good evening. Thank you. Thank you, Harpreet ji. Thank you ਜੀ. ਸੋ ਇਹ ਸਨ ਸਾਡੇ ਅੱਜ ਦੇ ਮਹਿਮਾਨ ਜੀ, ਨੀਰਾ ਅਗਨੀਹੋਤਰੀ, ਅਤੇ ਤੁਸੀਂ ਇਹਨਾਂ ਨੂੰ ਹਰ ਮਹੀਨੇ ਮੇਰੇ ਨਾਲ ਗੱਲਬਾਤ ਕਰਦੇ, ਸਾਂਝ ਪਾਉਂਦੇ ਸੁਣਦੇ ਹੋ, ਐਂਡ ਹਮੇਸ਼ਾ ਹੀ ਤੁਹਾਨੂੰ ਰਾਈਟ ਐਡਵਾਈਸ ਦਿੰਦੇ ਨੇ, ਜੋ ਲੇਟੈਸਟ ਗਰਾਊਂਡ ਰਿਐਲਿਟੀ ਉਸ ਤੋਂ ਜਾਣੂ ਕਰਾਉਂਦੇ ਨੇ. ਅਤੇ ਜੋ ਇਸ ਸਮੇਂ ਮੈਸ ਬਣਿਆ ਹੋਇਆ ਇੱਥੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਵਿੱਚ, ਆਫ ਕੋਰਸ ਪੈਂਡੇਮਿਕ ਦਾ ਅਸਰ ਪਿਆ, ਪਰ ਹੁਣ ਪੈਂਡੇਮਿਕ ਜਾ ਚੁੱਕਿਆ ਹੈ, ਉਸ ਦਾ ਹੀ ਸਿਰਫ ਸਹਾਰਾ ਲੈ ਕੇ ਜੇਕਰ ਇਹ ਲੰਮੀਆਂ ਕਤਾਰਾਂ ਹੋਰ ਵਧੀਆਂ ਜਾਣਗੀਆਂ, ਇਹ ਜਸਟੀਫਾਈਡ ਨਹੀਂ ਹੈ. ਪਰ ਜਿੱਥੇ ਸਰਕਾਰ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਉਹ ਹੈ ਬਿਲਕੁਲ ਠੀਕ, ਕਿ ਉਹਨਾਂ ਨੇ ਰਿਅਲਾਈਜ਼ ਕੀਤਾ ਹੈ ਕਿ ਗਲਤ ਤਰੀਕੇ ਨਾਲ ਜੋ ਨੌਜਵਾਨ ਇੱਥੇ ਆ ਰਹੇ ਸਨ ਉਹਨੂੰ ਰੋਕਿਆ ਜਾਵੇ. ਸੋ ਜੇਕਰ ਉਹਨਾਂ ਦੀ ਸਹੀ ਤਰੀਕੇ ਨਾਲ ਛਾਣਬੀਨ ਕੀਤੀ ਜਾ ਰਹੀ ਹੈ, ਸੋ ਵੀ ਹਾਈਲੀ ਕਮੈਂਡ ਦੈਟ. ਬਟ ਔਨ ਦਾ ਅਦਰ ਹੈਂਡ ਜਿਹੜੇ ਲੋਕ ਅਨਨੈਸੈਸਰੀ ਚੈਲੰਜ ਫੇਸ ਕਰ ਰਹੇ ਨੇ ਨਾ ਸਹੀ ਤਰੀਕੇ ਦਾ ਸਿਸਟਮ ਹੋਣ ਕਰਕੇ, ਉਸ ਉੱਤੇ ਸਰਕਾਰ ਨੂੰ ਜ਼ਰੂਰ ਕੰਮ ਕਰਨ ਦੀ ਲੋੜ ਹੈ. ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ. ਤੁਹਾਡਾ ਮੇਰਾ ਸਾਥ ਹੋਇਆ ਕਰਦਾ ਮੰਡੇ ਟੂ ਫਰਾਈਡੇ ਸ਼ਾਮ ਦੇ 6 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ. ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6046037555, ਜਾਂ ਫਿਰ ਈਮੇਲ ਕਰੋ harpreetsingh@gmail.com. ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ. ਹੈਵ ਅ ਸੇਫ ਈਵਨਿੰਗ, ਸਟੇ ਹੈਲਦੀ ਐਂਡ ਇੰਜੋਏ ਯੋਰਸੈਲਫ.